आओ सुनिए स्वैजीवनी अंश मुड़के दी खुशबू जो कि डॉक्टर सरदारा सिंह जौल जी की स्वैजीवनी रंगां दी गागर विचों लिया गया है। तो बच्चों जिहड़े डॉक्टर जौल साहब सन ना ये बहुत उच्च अहुदियां ते रहे ने। उन्होंने पंजाबी यूनीवर्सिटी पटियाला और पंजाब खेतीबाड़ी यूनीवर्सिटी लुधियाना के वाइस चांसलर वजों भी सेवा निभाई है, मतलब जिहड़े हैड होंदे ने वड्डे, ठीक है। अजकल दे सेंट्रल यूनीवर्सिटी आप पंजाब बठिंडा के चांसलर वजों सेवा निभा रहे हैं, ठीक है ना। तो जो ये अंश है इस विच लेखक ने अपने बचपन बारे, परिवारिक माहौल बारे अते बचपन विच सख्त मेहनत करन दी आदत है जिहड़ी उस बारे आपां दस्सिया। मुड़के दी खुशबू। चलो फिर आपां पढ़ीए। किसी भी व्यक्ति की शख्सियत नूं घड़न विच 3 इकाइयां प्रबल हुंदियां हन। पहला माँ प्यो अते घर दा माहौल, दूजा स्कूल अते खास करके अध्यापकां दा वतीरा अते तीजा आला दुआला अते दोस्त मित्र जिन्हां दे दरम्यान बचपन पुंगरदा ते पलदा है। अपनी जिंदगी तो उदाहरणां देंदे हां। मेरे पिता जी दे 3 भरा सन, 2 वड्डे जिहड़े हुण अकाल चलाना कर चुके हन अते एक छोटा जो इस वक्त कोई 93-94 साल दा है। मेरा बाप 99 साल तक अच्छी सेहत नाल जिंदगी दा मतलब बसर किया। उन्होंने भी जिंदगी मान रहे हैं, वो मतलब अज तक जिउंदे ने। कदों तक? वो 99 साल तक। जद पंजाब विच वड्डी प्लेग पई तां साडे टब्बर चों जो काफ़ी वड्डा सी सिर्फ यह 4 भरा ते एक लड़की बची सी जो इन्हां दी भतीजी लगदी सी। इस नूं इन्हां 4 भरावां ने धी जाण के पालिया अते विआह वरिया। ਇਹ ਚਾਰੇ ਭਰਾ इकल्ले सन ਅਤੇ ਹਲਾਂ छोटी उम्र ਦੇ सन। जो 2 ਮੁਰੱਬੇ ਨੀਲੀ ਬਾਰ ਵਿੱਚ ਉਹਨਾਂ ਦੇ ਬਾਪ ਨੂੰ ਅਲਾਟ ਹੋਏ ਸਨ ਹੱਥੋਂ ਜਾਂਦੇ ਲੱਗੇ। ਜੱਦੀ ਜ਼ਮੀਨ ਬਹੁਤ ਘੱਟ ਹੋਣ ਕਾਰਨ ਜਦ ਤੱਕ ਇਹ ਨੀਲੀ ਬਾਰ ਵਿੱਚ ਪਹੁੰਚੇ ਤਾਂ ਮੁਰੱਬਿਆਂ ਦੀ ਜ਼ਮੀਨ ਵੀ ਹੱਥੋਂ ਜਾ ਚੁੱਕੀ ਸੀ। ਨਤੀਜੇ ਵਜੋਂ ਜ਼ਮੀਨ ਮਾਮਲੇ ਠੇਕੇ ਤੇ ਲੈ ਕੇ ਖੇਤੀ ਕਰਦੇ ਰਹੇ। ਇੱਕ ਤਾਇਆ ਤੇ ਚਾਚਾ ਤਾਂ ਫੌਜ ਵਿੱਚ ਭਰਤੀ ਹੋ ਗਏ ਅਤੇ ਮੇਰਾ ਬਾਪ ਅਤੇ ਵੱਡਾ ਤਾਇਆ ਜੀ ਪਿੰਡ ਖੇਤੀ ਕਰਦੇ ਰਹੇ। ਮੈਨੂੰ ਸੁਰਤ ਹੈ ਕਿ 2 ਜੋਗਾਂ ਨਾਲ ਤਕਰੀਬਨ 1.5 ਮੁਰੱਬੇ 37 ਏਕੜ ਦੀ ਖੇਤੀ ਸੀ ਸਾਡੀ, ਜੋ ਮੇਰੇ ਪਿਤਾ ਜੀ ਤਕਰੀਬਨ ਇਕੱਲੇ ਹੀ ਸੰਭਾਲਦੇ ਸਨ। ਸਵੇਰੇ ਤੜਕੇ ਉੱਠ ਦੋਵੇਂ ਭਰਾ ਦੁਪਹਿਰ ਤੱਕ 2 ਏਕੜ ਜ਼ਮੀਨ ਦੀ ਵਹਾਈ ਕਰਦੇ ਸਨ। ਪਿਤਾ ਜੀ ਦੁਪਹਿਰ ਨੂੰ ਹੋਰ ਕੰਮ ਕਰ ਲੌਡੇ ਵੇਲੇ ਫੇਰ ਹਲ ਜੋੜ ਲੈਂਦੇ ਸਨ। ਕਈ ਵਾਰ ਤਾਂ ਅੱਧੀ ਰਾਤ ਤੋਂ ਪਹਿਲੋਂ ਇੱਕ ਜੋਗ ਦਾ ਜੋਤਾ ਲਾ ਤੜਕਸਾਰ ਬਾਕੀ ਲੋਕਾਂ ਵਾਂਗ ਦੂਜੀ ਜੋਗ ਜੋੜ ਲੈਂਦੇ ਸਨ। ਇੰਨੀ ਮਿਹਨਤ ਦੇ ਬਾਵਜੂਦ ਵੀ ਸ਼ਾਮ ਨੂੰ ਘੋਲ ਕੁਸ਼ਤੀ ਕਰਦੇ ਸਨ। 2 ਫੌਜੀ ਭਰਾਵਾਂ ਦੇ ਪੈਸੇ ਬਾਹਰੋਂ ਵੀ ਆ ਜਾਂਦੇ ਸਨ। ਇਸ ਕਰਕੇ ਪਿੰਡ ਵਿੱਚ ਜ਼ਮੀਨ ਨਾ ਹੋਣ ਦੇ ਬਾਵਜੂਦ ਵੀ ਚੰਗੀ ਪ੍ਰਤੀਤ ਸੀ। ਔਖੀ ਘੜੀ ਨੂੰ ਮਿਲ ਕੇ ਕੱਟਣ ਦਾ ਨਤੀਜਾ ਹੈ ਕਿ ਅੱਜ ਤੀਜੀ ਪੁਸ਼ਤ ਤੱਕ ਵੀ ਸਾਡਾ ਟੱਬਰ ਸਾਂਝਾ ਹੈ, ਮਤਲਬ ਸਾਂਝਾ ਟੱਬਰ ਸੀ ਉਹਨਾਂ ਦਾ। ਭਾਵੇਂ ਮੈਂ ਅਤੇ ਮੇਰੇ ਬੱਚੇ ਜੁਦਾ ਕਮਾਉਂਦੇ ਖਾਂਦੇ ਹਾਂ ਅਤੇ ਮੇਰੇ ਚਾਚਾ ਜੀ ਦੇ ਲੜਕੇ ਇੰਗਲੈਂਡ ਵਿੱਚ ਆਪਣਾ ਘਰ ਚਲਾਉਂਦੇ ਹਨ, ਪਰ ਸਾਡੀ ਜਾਇਦਾਦ ਹਾਲਾਂ ਤੱਕ ਵੰਡੀ ਹੋਈ ਨਹੀਂ। ਜ਼ਮੀਨ ਅਤੇ ਪਿੰਡ ਦਾ ਘਰ-ਬਾਰ ਮੇਰੇ ਤਾਇਆ ਜੀ ਦੇ ਪੋਤਰੇ ਦੇ ਹਵਾਲੇ ਹੈ ਅਤੇ ਮੇਰੇ ਪਿਤਾ ਜੀ ਉਸ ਦੇ ਟੱਬਰ ਨਾਲ ਹੀ ਰਹਿੰਦੇ ਹਨ। ਸਾਡੇ ਪਾਸ ਤਾਂ ਕਦੀ ਕਦਾਈ ਹੀ ਆਉਂਦੇ ਹਨ ਕਿਉਂਕਿ ਸ਼ਹਿਰ ਵਿੱਚ ਉਹਨਾਂ ਦਾ ਦਿਲ ਨਹੀਂ ਲੱਗਦਾ। ਇਹ ਬਚਪਨ ਵਿੱਚ ਸਾਡੇ ਮਾਂ-ਬਾਪ ਦਾ ਆਪਸ ਵਿੱਚ ਮਿਲ ਕੇ ਰਹਿਣ ਦਾ ਅਸਰ ਹੀ ਹੈ ਕਿ ਸਾਡੇ ਲੜਕੇ ਵਿਆਹੇ ਹੋਏ ਅਤੇ ਬੱਚਿਆਂ ਵਾਲੇ ਹਨ, ਪਰ ਅਸੀਂ ਪਰਿਵਾਰ ਦੇ ਤੌਰ 'ਤੇ ਇਕੱਠੇ ਹੀ ਹਾਂ। ਰਿਸ਼ਤੇ ਵਿੱਚ ਤਾਂ ਭਾਵੇਂ ਚਾਚੇ ਤਾਏ ਦੇ ਪੁੱਤਰ ਹੀ ਹਾਂ, ਪਰ ਵਰਤਾਰੇ ਅਤੇ ਅਹਿਸਾਸ ਵਿੱਚ ਸਕੇ ਭਰਾ ਹੀ ਹਾਂ। ਲੜਦੇ ਵੀ ਹਾਂ ਤਾਂ ਸਕੇ ਭਰਾਵਾਂ ਵਾਂਗ। ਇੱਕ ਦੂਜੇ ਵਾਸਤੇ ਜਾਂ ਬੱਚਿਆਂ ਵਾਸਤੇ ਪੈਸਾ ਖਰਚ ਕੇ ਕਦੀ ਇਹ ਮਹਿਸੂਸ ਨਹੀਂ ਕੀਤਾ ਕਿ ਕਿਸੇ ਬਗਾਨੇ ਵਾਸਤੇ ਕੀਤਾ ਹੈ ਜਾਂ ਵਾਪਸ ਲੈਣ ਦੀ ਆਸ ਨਾਲ। ਵਿਆਹ ਸ਼ਾਦੀਆਂ ਦੇ ਲੈਣ ਦੇਣ ਵੀ ਸਾਂਝੇ ਤੌਰ 'ਤੇ ਹੀ ਕਰਦੇ ਹਾਂ। ਦੂਸਰੀ ਬਚਪਨ ਦੀ ਇੱਕ ਬਹੁਤ ਬੜੀ ਦੇਣ ਹੈ ਮਿਹਨਤ ਅਤੇ ਅਣਥੱਕ ਮਿਹਨਤ। ਮੈਂ ਜਦ 8ਵੀਂ ਜਮਾਤ ਪਾਸ ਕੀਤੀ ਤਾਂ ਮੈਨੂੰ 10 ਰੁਪਏ ਮਹੀਨਾ 2 ਸਾਲ ਵਾਸਤੇ ਵਜ਼ੀਫਾ ਮਿਲਣ ਦੇ ਬਾਵਜੂਦ ਮੈਨੂੰ ਪੜ੍ਹਨੋਂ ਹਟਾ ਲਿਆ ਗਿਆ। ਉਹਨਾਂ ਦਿਨਾਂ ਵਿੱਚ 10 ਰੁਪਏ ਥੋੜ੍ਹੀ ਰਕਮ ਨਹੀਂ ਸੀ ਹੁੰਦੀ। ਇਸ ਵਿੱਚ ਸਕੂਲ ਦੀਆਂ ਫੀਸਾਂ ਅਤੇ ਹੋਸਟਲ ਵਿੱਚ ਖਾਣ ਪੀਣ ਅਤੇ ਸਾਰੇ ਖਰਚ ਕਰਕੇ 20 ਰੁਪਇਆ 2 ਰੁਪਇਆ ਬਚ ਜਾਂਦੇ ਸਨ। ਖੈਰ ਮੈਨੂੰ ਪੜ੍ਹਨੋਂ ਹਟਾ ਲਿਆ
ਕਿ ਪੜ੍ਹ ਕੇ ਕਿਹੜਾ ਪਟਵਾਰੀ ਬਣ ਜਾਣਾ। ਸਾਡੇ ਪਿੰਡ ਵਿੱਚ ਪੜ੍ਹਾਈ ਦਾ ਰਿਵਾਜ ਹੀ ਨਹੀਂ ਸੀ। ਸਕੂਲੋਂ ਹਟਾ ਕੇ ਮੈਨੂੰ ਖੇਤੀ ਵਿੱਚ ਦਬੱਲਿਆ ਗਿਆ। ਮੈਂ ਆਪਣੇ ਪਿਤਾ ਜੀ ਨਾਲ ਪੂਰਾ ਜੋਤਾ ਹਲਾਂ ਦਾ ਲਾਉਂਦਾ ਸਾਂ। ਅਸੀਂ ਤੜਕੇ 2 ਵਜੇ ਉੱਠ ਕੇ ਉਹ ਅਗਲੇ ਹਲ ਤੇ ਮੈਂ ਪਿਛਲੇ ਹਲ 2 ਏਕੜ ਜ਼ਮੀਨ ਦੁਪਹਿਰ ਤੋਂ ਪਹਿਲਾਂ ਵਾਹ ਕੇ ਹੀ ਸਾਹ ਲੈਂਦੇ ਸਾਂ। ਜਵਾਨ ਸਾਂ, ਪਰ ਸਾਹ ਤਾਂ ਅਜੇ ਅਲੂਆਂ ਹੀ, ਕੋਈ ਤਰਸ ਨਹੀਂ ਸੀ ਕੀਤਾ ਜਾਂਦਾ। ਜਿਸ ਦਿਨ ਹਲ ਵਾਹਣ ਨਹੀਂ ਸਾ ਜਾਂਦਾ, ਉਸ ਦਿਨ ਸਾਰੇ ਡੰਗਰ ਮਾਲ ਲਈ ਚਾਰਾ ਕੁੱਟ ਕੇ ਕੁਤਰੇ ਵਾਲੀ ਮਸ਼ੀਨ ਤਾਈਂ ਲਿਆਉਣਾ ਮੇਰੀ ਡਿਊਟੀ ਸੀ। ਮੈਨੂੰ ਯਾਦ ਹੈ ਗਰਮੀਆਂ ਵਿੱਚ ਪਲੀ ਹੋਈ ਚਰੀ ਜਵਾਰ ਦੀਆਂ 3-3 ਭਰੀਆਂ ਵੱਢ ਕੇ ਮਸ਼ੀਨ 'ਤੇ ਤਿਆਰ ਰੱਖਣੀਆਂ ਪੈਂਦੀਆਂ ਸਨ। ਹਲ ਛੱਡ ਕੇ ਤਾਇਆ ਜੀ ਮਸ਼ੀਨ ਵਿੱਚ ਚਰੀ ਦੇ ਰੁੱਗ ਦਿਆ ਕਰਦੇ ਸਨ ਅਤੇ ਮੈਂ ਹੱਥ ਵਾਲੀ ਕੁਤਰੇ ਦੀ ਮਸ਼ੀਨ ਗੇੜਦਾ ਹੁੰਦਾ ਸਾਂ। ਤਾਇਆ ਜੀ ਕਾਫੀ ਸਖਤ ਤਬੀਅਤ ਦੇ ਸਨ। ਉਹਨਾਂ ਦਾ ਹੁਕਮ ਹੁੰਦਾ ਸੀ ਕਿ ਜੇ ਤੈਂ ਤਿੰਨੇ ਭਰੀਆਂ ਕੁਤਰੇ ਬਗੈਰ ਮਸ਼ੀਨ ਖੜੀ ਕੀਤੀ ਤਾਂ ਡੰਡਾ ਖੜਕੇਗਾ। ਖੜਕਦਾ ਤਾਂ ਕਦੇ ਨਹੀਂ ਸੀ, ਪਰ ਹੁਕਮ ਅਦੁੱਲੀ ਦੀ ਹਿੰਮਤ ਨਹੀਂ ਸੀ ਹੁੰਦੀ। ਚਰੀ ਵਿੱਚ ਰਸ ਬਹੁਤ ਹੁੰਦਾ ਸੀ। ਚਰੀ ਦਾ ਰਸ ਹੇਠਾਂ ਡਿੱਗਣ ਨਾਲ ਮਸ਼ੀਨ ਦੀ ਅਗਲੀ ਥਾਂ ਕੱਚੀ ਰਹਿਣ ਦੇ ਬਾਵਜੂਦ ਵੀ ਸੀਮੈਂਟ ਨਾਲੋਂ ਵੱਧ ਪੱਕੀ ਸੀ, ਚੀਕਣੀ ਤੇ ਸਾਫ਼ ਹੁੰਦੀ ਸੀ। ਕੱਪੜੇ ਲਾ ਕੇ ਸਿਰਫ ਕੱਛਾ ਪਾ ਕੇ ਮਸ਼ੀਨ ਗੇੜੀ ਦੀ ਸੀ। ਮੇਰੀਆਂ ਅੱਖਾਂ ਅੱਗੇ ਹਾਲਾਂ ਵੀ ਉਹ ਤਸਵੀਰ ਸਾਫ਼ ਦਿਖਾਈ ਪੈਂਦੀ ਹੈ ਕਿ ਪਸੀਨਾ ਚੋ ਕੇ ਪੈਰਾਂ ਦੇ ਅੰਗੂਠਿਆਂ ਤੇ ਨਹੁੰਆਂ ਤੋਂ ਅੱਗੇ ਪੈਰਾਂ ਦੇ ਥੱਲਿਓਂ ਪਸੀਨੇ ਦੀ ਘਰਾਲ ਵਗਣ ਲੱਗਦੀ ਸੀ। ਮਿਹਨਤ ਤਾਂ ਬਹੁਤ ਸੀ ਅਤੇ ਕੰਮ ਵੀ ਔਖਾ ਸੀ, ਪਰ ਇਹ ਪਸੀਨੇ ਦੀ ਘਰਾਲ ਵੇਖ ਕੇ ਮਨ ਨੂੰ ਇੱਕ ਅਜੀਬ ਕਿਸਮ ਦਾ ਆਨੰਦ ਮਿਲਦਾ ਸੀ। ਇਹ ਆਨੰਦ ਦੀ ਅਤੇ ਤਸੱਲੀ ਸਿਰਫ ਮਹਿਸੂਸ ਹੀ ਕੀਤੀ ਜਾ ਸਕਦੀ ਹੈ, ਇਸ ਨੂੰ ਬਿਆਨ ਕਰਨਾ ਮੁਮਕਿਨ ਨਹੀਂ। ਸਾਰੇ ਚਾਰੇ ਨੂੰ ਕੁਤਰਾ ਕਰਨ ਤੋਂ ਬਾਅਦ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕਿਸੇ ਅਖਾੜੇ ਵਿੱਚ ਬਹੁਤ ਬੜੇ ਪਹਿਲਵਾਨ ਨੂੰ ਢਾਹ ਕੇ ਮੱਲ ਮਾਰੀ ਹੋਵੇ। ਤਾਇਆ ਜੀ ਦਾ ਖੁਸ਼ ਚਿਹਰਾ ਦੇਖ ਕੇ ਅਤੇ ਉਹਨਾਂ ਤੋਂ ਥਾਪੀ ਲੈ ਕੇ ਇੰਜ ਮਹਿਸੂਸ ਹੁੰਦਾ ਜਿਵੇਂ ਕਿਸੇ ਤ੍ਰਿਲੋਕੀ ਉੱਤੇ ਫਤਿਹ ਹਾਸਲ ਕੀਤੀ ਹੋਵੇ। ਮੈਂ ਆਪਣੇ ਪਿਤਾ ਜੀ ਨਾਲ ਸਾਰਾ ਦਿਨ ਤਪਦੀਆਂ ਧੁੱਪਾਂ ਵਿੱਚ ਕਣਕ ਦੀ ਵਾਢੀ ਕੀਤੀ। ਅਸੀਂ ਬਰਾਬਰ ਬੈਠ ਕੇ ਨਾਲ ਪ੍ਰਾਂਤਾਂ ਧਰਦੇ ਹੁੰਦੇ ਸਾਂ। ਅਸੀਂ ਸਾਰਿਆਂ ਵਾਢੀਆਂ ਨਾਲੋਂ ਪਹਿਲੋਂ ਅਤੇ ਸੁਥਰੀ ਵਾਢੀ ਕਰਦੇ ਸਾਂ। ਕੰਮ ਸਫਾਈ ਨਾਲ ਨਾ ਕੀਤਾ ਹੋਵੇ ਪਿਤਾ ਜੀ ਨੂੰ ਪਸੰਦ ਨਹੀਂ ਸੀ ਆਉਂਦਾ। ਇਸ ਪੱਖੋਂ ਮੈਨੂੰ ਕਦੀ ਉਹਨਾਂ ਬਖਸ਼ਿਆ ਹੀ ਨਹੀਂ ਸੀ। ਸ਼ਾਮ ਨੂੰ ਖੜ੍ਹੇ ਹੋ ਕੇ ਖੇਤਾਂ ਵਿੱਚ ਅਸੀਂ ਆਪਣੀਆਂ ਪ੍ਰਾਂਤਾਂ ਲਾਈਆਂ ਵੇਖਦੇ ਅਤੇ ਗਿਣਦੇ ਹੁੰਦੇ ਸਾਂ, ਕਿਉਂਕਿ ਸਾਡੀ ਕੀਤੀ ਵਾਢੀ ਜੂਦੀ ਦਿਸਦੀ ਹੁੰਦੀ ਸੀ। ਉਸ ਵਕਤ ਤਾਂ ਇਹ ਸਮਝ ਨਹੀਂ ਪੈਂਦੀ ਸੀ ਕਿ ਇੰਨੀ ਸਖਤ ਕਿਉਂ ਵਰਤੀ ਜਾਂਦੀ ਸੀ ਉਹਨਾਂ ਨਾਲ, ਇੰਨੀ ਸਖਤੀ ਕਿਉਂ ਹੈ। ਪਰ ਬਾਅਦ ਵਿੱਚ ਜੋ ਇਸ ਮਿਹਨਤ ਦੇ ਨਤੀਜੇ ਨਿਕਲੇ, ਉਸ ਨਾਲ ਮਨ ਨੂੰ ਬੜੀ ਤਸੱਲੀ ਹੋਈ। ਸਾਉਣ ਭਾਦੋ ਦੀ ਗਰਮੀ ਵਿੱਚ ਹਲ ਵਾਹਿਆ, 5-5 ਪੰਡਾ ਕਪਾਹ 'ਚੋਂ ਮਧਾਣੇ ਘਾਹ ਦੀਆਂ ਵੀ ਖੋਤੀਆਂ। ਗਰਮੀਆਂ ਵਿੱਚ ਮੱਕੀ ਵੀ ਗੁੱਡੀ, ਜਿਸ ਦੇ ਪੱਛ ਲੱਗ ਕੇ ਜਿਸਮ 'ਤੇ ਲਕੀਰਾਂ ਪੈ ਜਾਂਦੀਆਂ ਸਨ। ਕਮਾਦ ਤੇ ਮੂਸਲ ਮੂਏ ਬੰਨਣਾ ਵੀ ਕੋਈ ਸੌਖਾ ਕੰਮ ਨਹੀਂ ਸੀ, ਪਰ ਇਹ ਸਾਰੇ ਕੰਮ ਮੈਥੋਂ ਡਟ ਕੇ ਕਰਵਾਏ ਗਏ। ਤੋਂ ਔਖੀ ਫੱਲਿਆਂ ਨਾਲ ਕਣਕ ਦੀ ਗਹਾਈ ਹੁੰਦੀ ਸੀ। ਕੰਡ ਬਹੁਤ ਲੜਿਆ ਕਰਦੀ ਸੀ। ਦਿਲੋਂ ਇਹ ਅਰਦਾਸ ਕਰੀਦੀ ਸੀ ਕਿ ਕਣਕ ਥੋੜ੍ਹੀ ਹੋਵੇ ਤਾਂ ਚੰਗਾ। ਇਹ ਬਿਲਕੁਲ ਉਂਝ ਹੀ ਸੀ ਜਿਵੇਂ ਕੋਈ ਅਰਦਾਸ ਕਰਦਾ ਹੋਵੇ, ਰੱਬਾ ਰਿਜ਼ਕ ਨਾ ਦੇਵੀਂ, ਮਾਂ ਲੱਕੜੀਆਂ ਲਿਆਉਣ ਲਈ ਆਖੇਗੀ। ਸੋਚਦਾ ਹਾਂ ਕਿ ਜੇ ਬਚਪਨ ਦੀ ਦੁਆ ਪੂਰੀ ਹੁੰਦੀ ਤਾਂ ਭੁੱਖੇ ਮਰਦੇ ਹੁੰਦੇ। ਪਰ ਜਦ ਕਣਕ ਦੀ ਗਹਾਈ ਖਤਮ ਹੋ ਜਾਂਦੀ ਤਾਂ ਬਾਹਰ ਮੁਰੱਬੇ ਤੁੱਤਾਂ ਦੀ ਛਾਂ ਹੇਠ ਛੱਪੜੀ ਦੇ ਕੰਢੇ ਲੱਕੜੀ ਦੇ ਨੰਗੇ ਤਖਤ ਪੋਸ਼ 'ਤੇ ਜੋ ਦੁਪਹਿਰ ਨੂੰ ਨੀਂਦ ਆਉਂਦੀ ਸੀ, ਉਹ ਇੱਕ ਵਹਿਸ਼ਾਂ ਦਾ ਹੁਲਾਰਾ ਸੀ। ਉਹ ਮਿੱਠੀ ਤੇ ਬੇਸ਼ਰਤ ਨੀਂਦ ਮੈਂ ਸ਼ਾਇਦ ਕਿਸੇ ਗਦੈਲਿਆਂ ਵਾਲੇ ਪਲੰਘ ਉੱਤੇ ਵੀ ਨਾ ਮਾਣੀ ਹੋਵੇ। ਵੈਸੇ ਤਾਂ ਮੈਂ ਸੌਣ ਨੂੰ ਕਾਫੀ ਤਕੜਾ ਹਾਂ। ਲੰਮਾ ਪਵਾਂ ਤਾਂ 5 ਮਿੰਟਾਂ ਦੇ ਵਿੱਚ ਨੀਂਦ ਆ ਜਾਂਦੀ ਸੀ ਉਹਨਾਂ ਨੂੰ। 5 ਮਿੰਟਾਂ ਦੇ ਅੰਦਰ ਸੌਂ ਜਾਂਦਾ ਹਾਂ। ਪਰ ਉਹ ਤਖਤ ਪੋਸ਼ ਵਾਲੀ ਨੀਂਦ ਮੈਨੂੰ ਨਹੀਂ ਭੁੱਲਦੀ। ਸਕੂਲੋਂ ਹਟਾ ਲੈਣ ਪਿੱਛੋਂ 2 ਸਾਲ ਮੈਂ ਇਸ ਤਰ੍ਹਾਂ ਖੇਤੀ ਦੇ ਕੰਮ ਵਿੱਚ ਜੁਟਿਆ ਰਿਹਾ। ਖੇਤੀ ਦੇ ਕੰਮ ਕਰਕੇ ਉਹ ਸਕੂਲ ਨਹੀਂ ਸੀ ਜਾ ਸਕੇ, ਠੀਕ ਹੈ ਨਾ। ਫਿਰ ਅੱਗੇ ਕਹਿੰਦੇ ਨੇ ਵੀ ਖੇਤੀ ਦੇ ਹਰ ਕੰਮ ਨੂੰ ਮੈਥੋਂ ਪੂਰਾ ਕਰਵਾਇਆ ਗਿਆ। ਕੋਈ ਕੰਮ ਐਸਾ ਨਹੀਂ ਜੋ ਮੈਂ ਨਹੀਂ ਕੀਤਾ। ਖਾਣ ਪੀਣ ਦੀ ਕਦੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਸੀ, ਸਗੋਂ ਤੁੰਨ ਕੇ ਮੈਨੂੰ ਖਵਾਇਆ ਪਿਆਇਆ ਗਿਆ। ਇਸ ਕਰਕੇ ਸਖਤ ਕੰਮ ਕਰਨ ਕਰਕੇ ਕਾਫੀ ਖੁੱਲ੍ਹਾ ਖਾਣ ਪੀਣ ਨੂੰ ਉਹਨਾਂ ਨੂੰ ਮਿਲਦਾ ਸੀ, ਜਿਸ ਕਰਕੇ ਉਹ ਬਹੁਤ
ਤਕੜੇ ਹੋ ਗਏ ਸਨ। ਠੀਕ ਹੈ, ਖਾਣ ਪੀਣ ਨਾਲ ਮੈਂ ਜਿਸਮ ਦਾ ਕਰੜਾ ਤਾਂ ਬਹੁਤ ਸੀ ਪਰ ਮੋਟਾ ਨਹੀਂ ਸੀ। ਜਦੋਂ ਬਟਵਾਰੇ ਮਗਰੋਂ ਅਸੀਂ ਜਲੰਧਰ ਜ਼ਿਲ੍ਹੇ ਵਿੱਚ ਪਿੰਡ ਚੁਹੇਕੀ ਵਿੱਚ ਆ ਕੇ ਮੁੜ ਵਸੇਬਾ ਕੀਤਾ ਤਾਂ ਉਸ ਪਿੰਡ ਵਿੱਚ ਖੂਹਾਂ ਦਾ ਪਾਣੀ ਬਹੁਤ ਡੂੰਘਾ ਸੀ। ਜੇ ਕੋਈ ਭਰੀਆਂ ਟਿੰਡਾਂ ਦੇ ਹਲਟ ਦਾ ਇੱਕ ਕੁੱਤਾ ਵੀ ਟਪਾ ਦੇਵੇ ਤਾਂ ਕਹਿੰਦੇ ਸਨ ਕਿ ਮੁੰਡਾ ਜਵਾਨ ਹੋ ਗਿਆ। ਮੈਂ ਭਰੀਆਂ ਟਿੰਡਾਂ ਨਾਲ ਹਲਟ ਦਾ ਡੇਢ ਗੇੜਾ ਦੇ ਦਿੰਦਾ ਸਾਂ। 2 ਸਾਲ ਦੀ ਖੇਤੀ ਕਰਨ ਪਿੱਛੋਂ ਪਤਾ ਨਹੀਂ ਕਿਵੇਂ ਸਾਡੇ ਬਜ਼ੁਰਗਾਂ ਦੇ ਮਨ ਸੁਮੱਤ ਪੈ ਗਈ। ਮੈਨੂੰ ਮੁੜ ਸਕੂਲ ਦਾਖਲ ਕਰਵਾ ਦਿੱਤਾ। ਵਰਨੈਕੂਲਰ ਤੋਂ ਬਾਅਦ ਉਹਨਾਂ ਦਿਨਾਂ ਵਿੱਚ 2 ਅੰਗਰੇਜ਼ੀ ਦੀਆਂ ਜਮਾਤਾਂ ਜੂਨੀਅਰ ਅਤੇ ਸੀਨੀਅਰ 2 ਸਾਲਾਂ ਵਿੱਚ ਪਾਸ ਕਰਨੀਆਂ ਪੈਂਦੀਆਂ ਸਨ। ਸਾਡੇ ਪਿੰਡੋਂ ਕੋਈ 20-25 ਮੀਲ ਦੂਰ ਨਨਕਾਣਾ ਸਾਹਿਬ ਵਿਖੇ ਇੱਕ ਬਜ਼ੁਰਗ ਮਾਸਟਰ ਪ੍ਰਾਈਵੇਟ ਤੌਰ 'ਤੇ ਇਹ ਦੋਵੇਂ ਜਮਾਤਾਂ 1 ਸਾਲ ਵਿੱਚ ਹੀ ਕਰਵਾ ਦਿੰਦਾ ਸੀ। ਮੈਨੂੰ ਨਨਕਾਣੇ ਸਾਹਿਬ ਉਸ ਪਾਸ ਦਾਖਲ ਕਰਵਾ ਦਿੱਤਾ ਗਿਆ। ਇਸ ਤਰ੍ਹਾਂ 1 ਸਾਲ ਫੇਲ ਹੋ ਕੇ ਅਤੇ 2 ਸਾਲ ਖੇਤੀ ਵਿੱਚ ਰਹਿ ਕੇ ਮੈਂ ਉਮਰ ਵਿੱਚ 3 ਸਾਲ ਪੜ੍ਹਾਈ ਪੱਖੋਂ ਪਿੱਛੇ ਪੈ ਚੁੱਕਾ ਸਾਂ ਅਤੇ 1 ਸਾਲ ਜੂਨੀਅਰ ਸੀਨੀਅਰ ਪਾਸ ਕਰਨ ਵਿੱਚ ਫਾਲਤੂ ਲੱਗ ਗਿਆ। ਕੁੱਲ 4 ਸਾਲ ਮੈਂ ਆਪਣੇ ਹਮ ਉਮਰਾਂ ਨਾਲੋਂ ਪੜ੍ਹਾਈ ਵਿੱਚ ਪਿੱਛੇ ਰਹਿ ਗਿਆ ਸਾਂ। ਪਰ ਜੋ ਇਸ ਤਜਰਬੇ ਤੋਂ ਮੈਨੂੰ ਇਸ ਤੋਂ ਬਾਅਦ ਦੀ ਪੜ੍ਹਾਈ ਅਤੇ ਕੰਮਕਾਜ ਦਾ ਫਾਇਦਾ ਹੋਇਆ ਉਹ ਅਨੋਖਾ ਹੀ ਸੀ। ਨਨਕਾਣਾ ਸਾਹਿਬ ਦੇ ਖਾਲਸਾ ਸਕੂਲ ਵਿੱਚ ਪ੍ਰਾਈਵੇਟ ਕਲਾਸ ਵਿੱਚ 1 ਸਾਲ ਲਾਇਆ। ਇਹ ਬਹੁਤ ਵੱਡਾ ਤਜਰਬਾ ਸੀ। ਭਾਵੇਂ ਸਾਡੀ ਕਲਾਸ ਤਾਂ ਬਾਕੀ ਦੇ ਸਕੂਲ ਤੋਂ ਵੱਖਰੀ ਸੀ ਪਰ ਕਿਸੇ ਤਰ੍ਹਾਂ ਵੀ ਵੱਖਰੀ ਗਿਣੀ ਨਹੀਂ ਸੀ ਜਾਂਦੀ। ਅੰਗਰੇਜ਼ੀ ਅਤੇ ਸਿਰਫ ਅੰਗਰੇਜ਼ੀ ਦੀ ਦਿਨ ਰਾਤ ਸਾਲ ਭਰ ਪੜ੍ਹਾਈ ਨੇ ਮੈਨੂੰ ਅੰਗਰੇਜ਼ੀ ਲਿਖਣ ਪੜ੍ਹਨ ਵਿੱਚ ਜੋ ਗ੍ਰਾਮਰ ਅਤੇ ਹੋਰਨਾਂ ਪੱਖਾਂ ਤੋਂ ਮੁਹਾਰਤ ਦਿੱਤੀ ਉਸ ਨਾਲ ਮੈਂ ਫੇਰ ਕਿਤੇ ਮਾਰ ਨਹੀਂ ਖਾਧੀ। ਇਸ ਸਕੂਲ ਦੀ ਸਵੇਰ ਦੀ ਸਕੂਲ ਪ੍ਰੇਅਰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਅੱਜ ਤੱਕ ਮਨ ਵਿੱਚ ਵਸੀ ਹੋਈ ਹੈ। ਇਸ ਸਕੂਲ ਵਿੱਚ ਇੱਕ ਬਹੁਤ ਹੀ ਲਗਨ ਵਾਲੇ ਖੇਡਾਂ ਦੇ ਇੰਚਾਰਜ ਪਾਸ ਫੁੱਟਬਾਲ ਖੇਡਣਾ ਸ਼ੁਰੂ ਕੀਤਾ। ਇਸ ਮਾਸਟਰ ਜੀ ਦੇ ਸਿਖਾਏ ਕਾਫੀ ਸਿਰ ਕੱਢਵੇਂ ਫੁੱਟਬਾਲ ਦੇ ਖਿਡਾਰੀ ਹੋਏ ਹਨ। ਯਾਦ ਹੈ ਇੱਕ ਵਾਰ ਮੈਚ ਹੁੰਦਾ ਸੀ, ਸਿਆਲ ਦੇ ਦਿਨ ਸਨ। ਮਾਸਟਰ ਜੀ ਨੇ ਓਵਰਕੋਟ ਪਾਇਆ ਹੋਇਆ ਸੀ, ਜੇਬਾਂ ਵਿੱਚ ਹੱਥ ਸਨ। ਸਾਡੀ ਟੀਮ ਗੋਲ ਕਰਨ 'ਤੇ ਆਈ ਤਾਂ ਐਨ ਮੌਕੇ 'ਤੇ ਮਾਸਟਰ ਜੀ ਨੇ ਗੋਲ 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 ਕਹਿੰਦਿਆਂ ਉਕਸਾਹਟ ਵਿੱਚ ਸੁਤੇ ਸਿੱਧ ਹੀ ਜੇਬਾਂ ਵਿੱਚੋਂ ਮਿੱਟੀਆਂ ਮੁੱਠੀਆਂ ਪਾਰ ਕਰ ਦਿੱਤੀਆਂ। ਇਸ ਸਕੂਲ ਵਿੱਚ ਹੋਸਟਲ ਦੀ ਜ਼ਿੰਦਗੀ ਜੋ ਮਾਣੀ ਉਸਨੇ ਹਮੇਸ਼ਾ ਮੈਨੂੰ ਹੋਸਟਲ ਵਿੱਚ ਰਹਿਣ ਲਈ ਪ੍ਰੇਰਿਆ। ਇੱਥੋਂ ਤੱਕ ਕਿ 9ਵੀਂ ਜਮਾਤ ਵਿੱਚ ਜਦ ਮੈਂ ਜੜ੍ਹਾਂ ਵਾਲੇ ਗੌਰਮੈਂਟ ਸਕੂਲ ਵਿੱਚ ਦਾਖਲ ਹੋਇਆ ਜੋ ਮੇਰੇ ਪਿੰਡੋਂ ਸਿਰਫ 7 ਮੀਲ ਦੀ ਦੂਰੀ 'ਤੇ ਸੀ, ਮੈਂ ਹੋਸਟਲ ਦਾ ਕਮਰਾ ਲੈ ਲਿਆ। ਭਾਵੇਂ ਆਮ ਤੌਰ 'ਤੇ ਸਾਈਕਲ ਉੱਤੇ ਪਿੰਡੋਂ ਹੀ ਆਉਂਦਾ ਜਾਂਦਾ ਸਾਂ। 6 ਮਹੀਨਿਆਂ ਪਿੱਛੋਂ ਤਾਂ ਹੋਸਟਲ ਵਿੱਚ ਰਹਿਣ ਲੱਗ ਪਿਆ ਅਤੇ ਸਿਰਫ ਐਤਵਾਰ ਜਾਂ ਛੁੱਟੀ ਵਾਲੇ ਦਿਨ ਹੀ ਪਿੰਡ ਆਉਂਦਾ ਸਾਂ। ਨਨਕਾਣਾ ਸਾਹਿਬ ਦੇ ਸਕੂਲ ਅਤੇ ਹੋਸਟਲ ਦਾ ਵਾਤਾਵਰਨ ਬਹੁਤ ਰੌਚਕ ਸੀ। ਹੋਸਟਲ ਦੀ ਦੀਵਾਰ ਨਾਲ ਜੋ ਕੱਚੀ ਮਿੱਟੀ ਦੀ ਬਣੀ ਹੁੰਦੀ ਸੀ, ਇੱਕ ਬਹੁਤ ਬੜਾ ਬਾਗ ਸੀ ਸੰਗਤਰਿਆਂ ਮਾਲਟਿਆਂ ਦਾ। ਕੱਚੀ ਮਿੱਟੀ ਦੀਆਂ ਕੰਧਾਂ ਅਫਗਾਨੀ ਰਾਸ਼ੇ ਬਣਾਇਆ ਕਰਦੇ ਸਨ ਜੋ ਇਸ ਕੰਮ ਵਿੱਚ ਖਾਸ ਮੁਹਾਰਤ ਰੱਖਦੇ ਸਨ। ਅਸੀਂ ਕੰਧ ਟੱਪ ਕੇ ਸੰਗਤਰਿਆਂ ਮਾਲਟਿਆਂ ਦਾ ਬੋਰਾ ਭਰ ਲਿਆਂਦੇ ਸਾਂ। ਸੀ ਤਾਂ ਚੋਰੀ, ਪਰ ਇਹ ਮੁਹਿੰਮ ਮਨ ਨੂੰ ਬੜੀ ਭਾਉਂਦੀ ਸੀ ਅਤੇ ਸੰਗਤਰੇ ਮਾਲਟੇ ਵੀ ਅੱਤ ਦੇ ਮਿੱਠੇ ਅਤੇ ਸੁਆਦਲੇ। ਸੋ ਬੱਚਿਓ, ਇਹ ਸੀ ਉਹਨਾਂ ਦੀ ਜ਼ਿੰਦਗੀ ਦੀ ਇੱਕ ਝਾਤ। ਠੀਕ ਹੈ ਨਾ। ਅਤੇ ਜੋ ਉਹਨਾਂ ਨੇ ਕਿਹਾ ਵੀ ਜਿਹੜੀ ਉਹਨਾਂ ਨੇ ਬਚਪਨ ਦੇ ਵਿੱਚ ਮਿਹਨਤ ਕੀਤੀ ਸੀ, ਉਸ ਮਿਹਨਤ ਦਾ ਉਹਨਾਂ ਨੂੰ ਸਾਰੀ ਜ਼ਿੰਦਗੀ ਦੇ ਬਹੁਤ ਫਾਇਦਾ ਉਸ ਮਿਹਨਤ ਨੇ ਉਹਨਾਂ ਨੂੰ ਦਿੱਤਾ। ਇਸ ਕਰਕੇ ਜੋ ਮਿਹਨਤ ਆਪਾਂ ਬਚਪਨ ਦੇ ਵਿੱਚ ਕਰਦੇ ਹਾਂ ਅਤੇ ਉਹ ਮਿਹਨਤਾਂ ਪੂਰੀ ਜ਼ਿੰਦਗੀ ਬੰਦੇ ਦੇ ਨਾਲ ਹੀ ਚੱਲਦੀਆਂ ਨੇ ਅਤੇ ਤੁਹਾਨੂੰ ਵੀ ਲਗਾਤਾਰ ਹੀ ਮਿਹਨਤ ਕਰਨੀ ਚਾਹੀਦੀ ਹੈ ਬੱਚਿਓ। ਠੀਕ ਹੈ ਨਾ। ਅਤੇ ਹੁਣ ਆਪਾਂ ਦੇਖਦੇ ਹਾਂ ਵੀ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਸ ਦੇ ਵਿੱਚੋਂ ਕਿਹੜੇ ਕਿਹੜੇ ਪ੍ਰਸ਼ਨ ਨਿਕਲਦੇ ਨੇ। ਸਭ ਤੋਂ ਪਹਿਲਾਂ ਤਾਂ ਸਾਰ ਹੀ ਹੈ ਬੱਚਿਓ, ਅਤੇ ਆਪਾਂ ਕਰ ਚੁੱਕੇ ਹਾਂ, ਪਰ ਫਿਰ ਵੀ ਮੈਂ ਤੁਹਾਨੂੰ ਸੰਖੇਪ ਦੇ ਤੌਰ 'ਤੇ ਦੱਸ ਦਿੰਦੀ ਹਾਂ। ਲੇਖਕ ਦਾ ਵਿਚਾਰ ਹੈ ਕਿ ਮਨੁੱਖ ਦੀ ਸ਼ਖਸੀਅਤ ਨੂੰ ਘੜਨ ਵਿੱਚ 3 ਇਕਾਈਆਂ ਬਹੁਤ ਅੱਗੇ ਹੁੰਦੀਆਂ ਹਨ। ਪਹਿਲੇ ਮਾਂ ਪਿਓ ਅਤੇ ਘਰ ਦਾ ਮਾਹੌਲ, ਦੂਜਾ ਸਕੂਲ ਅਤੇ ਅਧਿਆਪਕ, ਤੀਜਾ ਆਲੇ ਦੁਆਲੇ ਦਾ ਵਾਤਾਵਰਨ ਅਤੇ ਦੋਸਤ ਮਿੱਤਰ। ਲੇਖਕ ਦੱਸਦਾ ਹੈ ਕਿ ਉਸਦਾ ਬਾਪ ਜਿਹੜੇ ਸੀਗੇ ਉਹ 4 ਭਰਾ ਸਨ। ਨੀਲੀ ਬਾਰ ਵਿੱਚ ਉਸਦੇ 2 ਮੁਰੱਬੇ ਸਨ।
ਉਸ ਦਾ ਇੱਕ ਤਾਇਆ ਤੇ ਚਾਚਾ ਫੌਜ ਵਿੱਚ ਭਰਤੀ ਹੋ ਗਏ ਸਨ। ਉਸ ਦਾ ਵੱਡਾ ਤਾਇਆ ਤੇ ਪਿਤਾ ਇਕੱਠੇ 1.5 ਮੁਰੱਬਾ ਖੇਤੀ ਦੇ ਕੰਮ ਸਾਂਭਦੇ ਸਨ। ਉਹ ਸਵੇਰੇ ਉੱਠ ਕੇ ਖੇਤਾਂ ਵਿੱਚ ਹਲ ਵਾਹੁਣ ਚਲੇ ਜਾਂਦੇ ਤੇ ਦੁਪਹਿਰ ਤੱਕ 2 ਏਕੜ ਵਾਹ ਲੈਂਦੇ। ਲੌਡੇ ਵੇਲੇ ਫਿਰ ਹਲ ਜੋੜ ਲੈਂਦੇ ਤੇ ਸ਼ਾਮ ਨੂੰ ਕੁਸ਼ਤੀਆਂ ਵੀ ਕਰਦੇ। ਬਾਹਰੋਂ ਫੌਜੀ ਭਰਾਵਾਂ ਦੇ ਪੈਸੇ ਆ ਜਾਂਦੇ ਸਨ। ਔਖੀ ਘੜੀ ਇਕੱਠੇ ਕੱਟਣ ਕਰਕੇ ਉਹਨਾਂ ਦਾ ਪਰਿਵਾਰ 3 ਪੀੜ੍ਹੀਆਂ ਤੋਂ ਇਕੱਠਾ ਸੀ। ਅੱਜ ਬੇਸ਼ੱਕ ਲੇਖਕ ਤੇ ਉਸਦੇ ਬੱਚੇ ਵੱਖਰੇ ਰਹਿੰਦੇ ਹੋਣ ਤੇ ਚਾਚੇ ਦੇ ਲੜਕਾ ਵੀ ਜੋ ਹੈ ਉਹ ਇੰਗਲੈਂਡ ਦੇ ਵਿੱਚ ਰਹਿੰਦਾ, ਪਰ ਪਿੰਡ ਦਾ ਜਿਹੜਾ ਘਰ-ਬਾਰ ਹੈ, ਠੀਕ ਹੈ ਨਾ, ਉਹ ਅੱਜ ਵੀ ਇਕੱਠਾ ਹੀ ਹੈ। ਲੇਖਕ ਤੇ ਤਾਏ ਦੇ ਪੁੱਤਰਾਂ ਕੋਲ ਮਤਲਬ ਖੇਤੀ ਦਾ ਕੰਮ ਹੈ, ਠੀਕ ਹੈ। ਪਿਤਾ ਜੀ ਉਹਨਾਂ ਦੇ ਉੱਥੇ ਹੀ ਰਹਿੰਦੇ ਨੇ ਤੇ ਇਸ ਕਰਕੇ ਮਤਲਬ ਉਹ ਸਕਿਆਂ ਵਾਂਗੂ ਨੇ ਬਿਲਕੁਲ, ਹੈ ਨਾ। ਉਹ ਸਾਰੇ ਰਿਸ਼ਤੇ ਵਿੱਚ ਤਾਏ ਚਾਚੇ ਦੇ ਪੁੱਤਰ ਹਨ, ਪਰ ਭਰਾਵਾਂ ਵਾਂਗ ਹੀ ਹਨ। ਇੱਕ ਦੂਜੇ ਦੇ ਬੱਚਿਆਂ ਉੱਪਰ ਕਿਤੇ ਖਰਚ ਨੂੰ ਕਦੇ ਮਹਿਸੂਸ ਨਹੀਂ ਕੀਤਾ ਜਾਂਦਾ। ਵਿਆਹ ਸ਼ਾਦੀਆਂ ਤੇ ਦੇਣ ਲੈਣ ਲਈ ਸਾਂਝੇ ਹੀ ਕੰਮ ਕੀਤੇ ਜਾਂਦੇ ਹਨ। ਬਚਪਨ ਵਿੱਚ ਲੇਖਕ ਨੂੰ ਦੂਜੀ ਚੀਜ਼ ਘਰਦਿਆਂ ਤੋਂ ਪ੍ਰਾਪਤ ਹੋਈ ਉਹ ਸੀ ਸਖਤ ਮਿਹਨਤ। ਲੇਖਕ ਨੂੰ 8ਵੀਂ ਪਾਸ ਕਰਨ ਮਗਰੋਂ ਖੇਤੀ ਦੇ ਕੰਮ ਵਿੱਚ ਦਬਲ ਲਿਆ ਸੀ। ਜਿੱਥੇ ਹਲ ਵਾਹਿਆ, ਪੱਠੇ ਕੁਤਰੇ, ਕਣਕ ਦੀ ਕਹਾਈ ਕੀਤੀ, ਠੀਕ ਹੈ ਨਾ, ਧੁੱਪਾਂ ਵਿੱਚ ਕਣਕ ਵੱਢੀ, ਸਾਉਣ ਭਾਦੋ ਵਿੱਚ ਕਪਾਹ ਵਿੱਚੋਂ ਮਧਾਣਾ ਘਾਹ ਖੋਤਿਆ, ਗਰਮੀਆਂ ਵਿੱਚ ਮੱਕੀ ਦੀ ਗੋਡੀ ਕੀਤੀ, ਕਮਾਦ ਦੇ ਮੂਸਲ ਬੰਨੇ, ਠੀਕ ਹੈ। ਸਖਤ ਮਿਹਨਤ ਦੇ ਨਾਲ ਉਸਨੇ ਖੁਰਾਕ ਵੀ ਖੂਬ ਖਾਧੀ, ਜਿਸ ਕਰਕੇ ਉਸਦਾ ਸਰੀਰ ਤਕੜਾ ਹੋ ਗਿਆ ਤੇ ਅਣਥੱਕ ਬਣ ਗਿਆ। ਇਸ ਪਿੱਛੋਂ ਫਿਰ ਉਹਨਾਂ ਨੂੰ ਸਕੂਲ 'ਚ ਦਾਖਲ ਕਰਾਤਾ ਸੀ। ਉਹ ਪੜ੍ਹਾਈ ਦੇ ਵਿੱਚ ਹਮ ਉਮਰਾਂ ਤੋਂ ਅੱਗੇ ਵੱਡੇ ਸੀ, ਮਤਲਬ ਕਿਉਂਕਿ ਲੇਟ ਹੋ ਗਏ ਸਨ। ਉਹ ਨਨਕਾਣਾ ਸਾਹਿਬ ਵਿੱਚ ਸੀਨੀਅਰ ਜੂਨੀਅਰ ਦੀਆਂ ਕਲਾਸਾਂ ਪੜ੍ਹਦਿਆਂ ਉਸਦੀ ਅੰਗਰੇਜ਼ੀ ਦੀ ਗ੍ਰਾਮਰ ਬਹੁਤ ਚੰਗੀ ਹੋ ਗਈ ਸੀ। ਇਸ ਦੇ ਨਾਲ ਉਸਨੂੰ ਹੋਸਟਲ ਵਿੱਚ ਰਹਿਣ ਦੀ ਵੀ ਪ੍ਰੇਰਨਾ ਮਿਲੀ ਸੀ। ਉਸ ਉੱਪਰ ਉੱਥੋਂ ਦੇ ਖੇਡਾਂ ਦੇ ਜਿਹੜੇ ਇੰਚਾਰਜ ਸਨ ਉਹ ਵੀ ਬਹੁਤ ਵਧੀਆ ਸਨ, ਮਤਲਬ ਉਹਨਾਂ ਦਾ ਪ੍ਰਭਾਵ ਬਹੁਤ ਬਣਿਆ। ਉਸ ਤੋਂ ਬਾਅਦ ਆ ਗਿਆ ਮੁੜਕੇ ਦੀ ਖੁਸ਼ਬੂ। ਸਵੈ ਜੀਵਨੀ ਅੰਸ਼ ਵਿੱਚ ਲੇਖਕ ਨੇ ਆਪਣੇ ਪਰਿਵਾਰ ਦੇ ਪਿਛੋਕੜ ਬਾਰੇ ਕੀ ਦੱਸਿਆ, ਆਪਣੇ ਸ਼ਬਦਾਂ ਵਿੱਚ ਲਿਖੋ। ਲੇਖਕ ਦੱਸਦਾ ਹੈ ਕਿ ਉਸਦੇ ਪਰਿਵਾਰ ਦੇ ਵਿੱਚ ਉਸਦੇ ਪਿਤਾ ਜੀ 3 ਭਰਾ ਸਨ। ਉਸਦੇ ਪਿਤਾ ਤੋਂ ਵੱਡੇ 2 ਸਵਰਗਵਾਸ ਹੋ ਚੁੱਕੇ ਸਨ। ਉਸ ਤੋਂ ਛੋਟਾ 93-94 ਸਾਲਾਂ ਦਾ ਹੈ। ਉਸਦੇ ਪਿਤਾ ਜੀ 99 ਸਾਲਾਂ ਦੇ ਸਨ। ਜਦੋਂ ਪੰਜਾਬ ਵਿੱਚ ਵੱਡੀ ਪਲੇਗ ਫੈਲੀ ਤਾਂ ਉਸਦੇ ਟੱਬਰ ਵਿੱਚੋਂ 4 ਮਰਦ ਤੇ 1 ਕੁੜੀ ਹੀ ਬੱਚੇ ਸਨ। ਕੁੜੀ ਉਹਨਾਂ ਦੀ ਭਤੀਜੀ ਸੀ, ਜਿਨ੍ਹਾਂ ਨੂੰ ਉਹਨਾਂ ਨੇ ਬਹੁਤ ਧੀਆਂ ਵਾਂਗੂ ਪਾਲ ਕੇ ਵਿਆਹਿਆ। ਨੀਲੀ ਵਾਰ ਵਿੱਚ ਉਹਨਾਂ ਦੇ ਬਾਪ ਦੇ 2 ਮੁਰੱਬੇ ਉਲਾਟ ਹੋਏ ਸਨ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਉਸਦਾ ਇੱਕ ਤਾਇਆ ਤੇ ਚਾਚਾ ਫੌਜ ਵਿੱਚ ਭਰਤੀ ਹੋ ਗਏ ਸਨ। ਉਸਦਾ ਪਿਤਾ ਤੇ ਵੱਡਾ ਤਾਇਆ 2 ਜੋਗਾਂ ਨਾਲ 1.5 ਮੁਰੱਬਾ ਖੇਤੀ ਦਾ ਕੰਮ ਸਾਂਭਦੇ ਸਨ। ਦੋਵੇਂ ਭਰਾ ਸਵੇਰੇ ਉੱਠ ਕੇ ਖੇਤਾਂ ਵੱਲ ਚਲੇ ਜਾਂਦੇ, ਬਹੁਤ ਸਖਤ ਮਿਹਨਤ ਕਰਦੇ ਸਨ ਤੇ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਨਾਲ ਇਕੱਠੇ ਸੀ ਉਹ ਸਾਰੀ ਜ਼ਿੰਦਗੀ। ਭਾਵੇਂ ਲੇਖਕ ਤੇ ਉਸਦਾ ਇੱਕ ਭਰਾ ਚਾਚੇ ਦਾ ਬੇਟਾ ਬਾਹਰ ਆ ਗਏ ਸਨ, ਪਰ ਫਿਰ ਵੀ ਉਹ ਇਕੱਠੇ ਸਨ। ਤੀਜੀ ਪੀੜ੍ਹੀ ਤੱਕ ਉਹਦਾ ਟੱਬਰ ਇਕੱਠਾ ਸੀ। ਬੇਸ਼ੱਕ ਕਹਿਣ ਨੂੰ ਤਾਂ ਉਹ ਅਲੱਗ-ਅਲੱਗ ਤਾਈ ਚਾਚੇ ਦੇ ਪੁੱਤਰ ਸਨ, ਪਰ ਉਹ ਸਕੇ ਭਰਾਵਾਂ ਵਾਲੇ ਸਨ, ਕਿਉਂਕਿ ਉਹਨਾਂ ਦੇ ਪਿਤਾ ਜੀ ਉੱਥੇ ਰਹਿੰਦੇ ਸਨ। ਉਹਨਾਂ ਦਾ ਦਿਲ ਸ਼ਹਿਰ ਵਿੱਚ ਲੇਖਕ ਦੇ ਕੋਲ ਨਹੀਂ ਸੀ ਲੱਗਦਾ, ਠੀਕ ਹੈ ਨਾ। ਜੇਕਰ ਉਹ ਲੜਦੇ ਵੀ ਸਨ ਤਾਂ ਭਰਾਵਾਂ ਵਾਂਗ ਹੀ ਇੱਕ ਦੂਜੇ 'ਤੇ ਲੜਦੇ ਸਨ, ਹੱਕ ਜਤਾਉਂਦੇ ਸਨ ਤੇ ਖਰਚ ਵੀ ਉਹ ਆਪਣੇ ਵਾਂਗੂ ਕਰਦੇ ਸਨ। ਫਿਰ ਬਚਪਨ ਵਿੱਚ ਹੀ ਲੇਖਕ ਦੀ ਸ਼ਖਸੀਅਤ ਤੇ ਮਿਹਨਤ ਦਾ ਕੀ ਰੰਗ ਚੜ੍ਹਿਆ, ਸ਼ਖਸੀਅਤ ਉਹਨਾਂ ਦੀ ਕਿੱਦਾਂ ਦੀ ਬਣ ਗਈ ਸੀ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਅਸੀਂ ਇਸ ਕਥਨ ਨਾਲ ਬਿਲਕੁਲ ਸਹਿਮਤ ਹਾਂ ਕਿ ਬਚਪਨ ਵਿੱਚ ਹੀ ਲੇਖਕ ਦੀ ਸ਼ਖਸੀਅਤ ਉੱਤੇ ਮਿਹਨਤ ਦਾ ਬਹੁਤ ਰੰਗ ਚੜ੍ਹ ਗਿਆ ਸੀ। ਲੇਖਕ ਦੱਸਦਾ ਹੈ ਕਿ 8ਵੀਂ ਪਾਸ ਕਰਨ ਮਗਰੋਂ ਘਰਦਿਆਂ ਨੇ ਉਸਨੂੰ ਪੜ੍ਹਨੋਂ ਹਟਾ ਦਿੱਤਾ ਸੀ ਤੇ ਖੇਤੀ ਦੇ ਕੰਮ ਦੇ ਵਿੱਚ ਲਗਾ ਲਿਆ ਸੀ। ਉਹ ਤੜਕੇ ਪਿਤਾ ਜੀ ਦੇ ਮਗਰ ਹਲ ਜੋੜ ਕੇ ਚਲਾ ਜਾਂਦਾ ਸੀ, ਦੁਪਹਿਰ ਵੇਲੇ ਵਾਪਸ ਆਉਂਦਾ ਸੀ ਤੇ ਫਿਰ ਉਸ ਤੋਂ ਬਾਅਦ ਫਿਰ ਉਹ ਅੱਗੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਸਨ। ਤੇ ਹਲ ਛੱਡ ਕੇ ਤਾਇਆ ਜੀ ਮਸ਼ੀਨ ਵਿੱਚ ਚਰੀ ਕੁਤਰਨ ਲਾ ਦਿੰਦੇ, ਮਸ਼ੀਨ ਗੇੜਦਾ, ਠੀਕ ਹੈ ਨਾ, ਪਸੀਨਾ ਚੋਂਦਾ, ਪਰ ਉਹਨਾਂ ਨੂੰ ਵਧੀਆ ਲੱਗਦਾ ਸੀ, ਠੀਕ ਆ। ਤੇ ਫਿਰ ਉਸ ਤੋਂ ਬਾਅਦ ਉਹ ਕਣਕ ਦੀ ਵਾਢੀ ਕਰਦੇ, ਕਹਾਈ ਕਰਦੇ, ਮੱਕੀ ਗੁੱਟਦੇ, ਠੀਕ ਹੈ। ਇਸ ਤਰ੍ਹਾਂ ਉਹ ਬਹੁਤ ਮਿਹਨਤ ਕੀਤੀ ਸੀ ਤੇ ਮਿਹਨਤ ਨਾਲ ਉਹਨਾਂ ਨੂੰ ਮਾਨਸਿਕ ਤਸੱਲੀ ਬਹੁਤ ਹੁੰਦੀ ਸੀ। ਅੱਗੇ ਫਿਰ ਉਹਨਾਂ ਨੂੰ ਮਿਹਨਤ ਕਰਨ ਦੀ ਆਦਤ ਪੈ ਗਈ ਸੀ, ਠੀਕ ਹੈ ਨਾ। ਲੇਖਕ ਨੂੰ ਸਭ ਤੋਂ ਔਖਾ ਕੰਮ ਕਿਹੜਾ ਲੱਗਦਾ ਸੀ? ਇਸ ਤੋਂ ਬਚਣ ਲਈ ਉਹ ਕੀ ਅਰਦਾਸ ਕਰਦਾ ਸੀ? ਲੇਖਕ ਨੂੰ ਸਭ ਤੋਂ ਔਖਾ ਕੰਮ ਕਣਕ ਦੀ ਕਹਾਈ ਕਰਨਾ ਲੱਗਦਾ ਸੀ, ਠੀਕ ਹੈ ਨਾ। ਉਹ ਅਰਦਾਸ ਕਰਦਾ ਸੀ ਕਿ ਕਣਕ ਥੋੜ੍ਹੀ ਹੋਵੇ ਤਾਂ ਚੰਗਾ ਹੈ। ਉਸ ਦਾ ਇਹ ਮਤਲਬ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਵੀ ਲੱਗਦਾ ਸੀਗਾ ਵੀ ਜਿਵੇਂ ਕੋਈ ਅਰਦਾਸ ਕਰਦਾ ਹੋਵੇ ਵੀ ਰੱਬਾ ਰੱਬਾ ਰਿਜ਼ਕ ਨਾ ਦੇਵੀਂ, ਮਾਂ ਲੱਕੜੀਆਂ ਲਿਆਉਣ ਲਈ ਆਖੇਗੀ। ਉਹ ਕਹਿੰਦੇ ਵੀ ਸਨ ਜੇ ਇਸ ਤਰ੍ਹਾਂ ਹੁੰਦਾ ਤਾਂ ਉਹ ਭੁੱਖੇ ਮਰਦੇ ਹੁੰਦੇ। ਲੇਖਕ ਦੇ ਮੁੜ ਪੜ੍ਹਾਈ ਸ਼ੁਰੂ ਕਰਨ ਦੇ ਤਜਰਬੇ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
2 ਸਾਲ ਦੀ ਖੇਤੀ ਕਰਾਉਣ ਤੋਂ ਮਗਰੋਂ ਲੇਖਕ ਦੇ ਘਰਦਿਆਂ ਨੇ ਉਸਨੂੰ ਮੁੜ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਤੇ ਵਰਨੈਕੂਲਰ ਸਕੂਲ ਵਿੱਚ 8ਵੀਂ ਪਾਸ ਕਰਨ ਮਗਰੋਂ ਉਹਨਾਂ ਦਿਨਾਂ ਵਿੱਚ ਅੰਗਰੇਜ਼ੀ ਦੀਆਂ 2 ਜਮਾਤਾਂ ਜੂਨੀਅਰ ਤੇ ਸੀਨੀਅਰ 2 ਸਾਲਾਂ ਵਿੱਚ ਕਰਨੀਆਂ ਪੈਂਦੀਆਂ ਸਨ। ਲੇਖਕ ਪਿੰਡੋਂ 20-25 ਮੀਲ ਦੂਰ ਨਨਕਾਣਾ ਸਾਹਿਬ ਵਿੱਚ ਇੱਕ ਬਜ਼ੁਰਗ ਪ੍ਰਾਈਵੇਟ ਤੌਰ 'ਤੇ ਜੋ ਦੋਨੋਂ ਜਮਾਤਾਂ 1 ਸਾਲ ਵਿੱਚ ਕਰਵਾ ਦਿੰਦਾ ਸੀ, ਉਹਦੇ ਕੋਲ ਰਹਿਣ ਲੱਗ ਗਏ। ਇਸ ਤਰ੍ਹਾਂ ਉਹ ਸਾਰਾ ਦਿਨ ਕੀ ਕਰਦੇ ਸੀ, ਅੰਗਰੇਜ਼ੀ ਬੋਲਦੇ ਸਨ। ਠੀਕ ਹੈ, ਤੇ 1 ਸਾਲ ਤਾਂ ਉਹ ਖੇਤੀ ਦੇ ਵਿੱਚ ਲਾਇਆ ਸੀ, 2 ਸਾਲ ਖੇਤੀ ਦੇ ਵਿੱਚ ਲਾਏ ਸੀ, 1 ਸਾਲ ਉਹ ਫੇਲ ਹੋ ਗਏ ਸਨ ਤੇ ਇਸ ਕਰਕੇ ਆਪਣੇ ਹਮ ਉਮਰਾਂ ਤੋਂ ਵੱਡੇ ਸੀ। ਠੀਕ ਹੈ, 4 ਸਾਲ, ਕਿਉਂਕਿ 1 ਸਾਲ ਜੂਨੀਅਰ ਤੇ ਸੀਨੀਅਰ ਕਲਾਸਾਂ ਵਿੱਚ ਵੀ ਉਹਨਾਂ ਨੂੰ ਲਾਉਣੇ ਪਏ ਸਨ। ਤੇ ਉਹ ਨਨਕਾਣਾ ਸਾਹਿਬ 'ਚ ਜੋ ਪ੍ਰਾਈਵੇਟ ਸਕੂਲ ਦੇ ਵਿੱਚ ਉਹਨਾਂ ਨੇ ਮਿਹਨਤ ਕੀਤੀ, ਅੰਗਰੇਜ਼ੀ ਸਿੱਖੀ, ਤਾਂ ਸਾਰੀ ਜ਼ਿੰਦਗੀ ਉਹਨਾਂ ਨੇ ਇੱਥੋਂ ਮਤਲਬ ਅੰਗਰੇਜ਼ੀ ਦੇ ਵਿੱਚੋਂ ਮਾਰ ਨਹੀਂ ਖਾਧੀ। ਫਿਰ ਅੱਗੇ ਇਸੇ ਸਕੂਲ ਵਿੱਚ ਖੇਡਾਂ ਦੇ ਜੋ ਇੰਚਾਰਜ ਸਨ, ਫੁੱਟਬਾਲ ਜੋ ਖਿਡਾਉਂਦੇ ਸਨ, ਉਹਨਾਂ ਦਾ ਬਹੁਤ ਉਹਨਾਂ ਦੇ ਦਿਲ 'ਤੇ ਪ੍ਰਭਾਵ ਪਿਆ। ਠੀਕ ਹੈ ਨਾ, ਹੋਸਟਲ ਦੇ ਵਿੱਚ ਉਹਨਾਂ ਨੇ ਬਹੁਤ ਆਪਣੇ ਦੋਸਤਾਂ ਨਾਲ ਮੌਜਾਂ ਕੀਤੀਆਂ। ਠੀਕ ਹੈ ਨਾ, ਤੇ ਬੇਸ਼ੱਕ ਇਹ ਥਾਂ ਉਸਦੇ ਪਿੰਡ ਤੋਂ ਕੇਵਲ 7 ਮੀਲ ਦੂਰ ਸੀ, ਪਰ ਉਹ ਹੋਸਟਲ ਦੇ ਵਿੱਚ ਰਹਿਣਾ ਚਾਹੁੰਦੇ ਸਨ। ਠੀਕ ਹੈ, ਮੁੜਕੇ ਦੀ ਖੁਸ਼ਬੂ ਸਵੈ ਜੀਵਨੀ ਅੰਸ਼ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ? ਇੱਥੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਵੀ ਜੋ ਬਜ਼ੁਰਗ ਹੁੰਦੇ ਨੇ ਆਪਣੇ ਲਈ ਜੋ ਕਰਦੇ ਨੇ ਚੰਗਾ ਕਰਦੇ ਨੇ। ਉਦੋਂ ਲੇਖਕ ਨੂੰ ਇੰਝ ਹੁੰਦਾ ਸੀ ਵੀ ਉਹਦੇ ਜਿਹੜੇ ਬਜ਼ੁਰਗ ਨੇ ਉਸ ਤੋਂ ਬਹੁਤ ਮਿਹਨਤ ਕਰਾਉਂਦੇ ਨੇ, ਪਰ ਉਹਨਾਂ ਨੇ ਇਹੀ ਸਿੱਖਿਆ ਵੀ ਉਹਨਾਂ ਦੀ ਮਿਹਨਤ ਕਰਾਈ ਹੋਈ ਅੱਜ ਤੱਕ ਉਹਨਾਂ ਦੇ ਘਰ ਦੀ ਜੋ ਆਮਦਨ ਹੈ, ਜਾਇਦਾਦ ਆ, ਉਸ ਵਿੱਚ ਵੀ ਬਹੁਤ ਵਾਧਾ ਹੋਇਆ ਸੀ। ਇਸ ਦੇ ਨਾਲ ਨਾਲ ਉਹਨੂੰ ਮਿਹਨਤ ਕਰਨ ਦੀ ਆਦਤ ਵੀ ਪੈ ਗਈ ਸੀ। ਫਿਰ ਮੁੜਕੇ ਦੀ ਖੁਸ਼ਬੂ ਸਵੈ ਜੀਵਨੀ ਅੰਸ਼ ਵਿੱਚੋਂ ਲੇਖਕ ਦੀ ਜੋ ਸ਼ਖਸੀਅਤ ਉਘੜਦੀ ਹੈ ਉਸ ਦਾ ਵਰਣਨ ਕਰੋ। ਮੁੜਕੇ ਦੀ ਖੁਸ਼ਬੂ ਸਵੈ ਜੀਵਨੀ ਅੰਸ਼ ਲੇਖਕ ਦੀ ਜੋ ਮਤਲਬ ਆਪਾਂ ਕਹਿ ਸਕਦੇ ਹਾਂ ਸ਼ਖਸੀਅਤ ਹੈ, ਉਹ ਬਹੁਤ ਬੁੱਧੀਜੀਵੀ ਹੋਣ ਦੇ ਤੌਰ 'ਤੇ ਸਾਡੇ ਸਾਹਮਣੇ ਆਉਂਦੀ ਹੈ। ਠੀਕ ਹੈ ਨਾ, ਵੀ ਉਹਨਾਂ ਦੀ ਜ਼ਿੰਦਗੀ ਬਣਾਉਣ ਦੇ ਵਿੱਚ ਇਹ ਸ਼ਖਸੀਅਤਾਂ ਨੇ, ਜਿਵੇਂ ਕਿ ਮਾਤਾ ਪਿਤਾ, ਘਰ ਦਾ ਮਾਹੌਲ, ਅਧਿਆਪਕ, ਸਕੂਲ ਦੇ ਅਧਿਆਪਕ, ਆਲਾ ਦੁਆਲਾ ਦੋਸਤ ਮਿੱਤਰ, ਬਹੁਤ ਵੱਡਾ ਉਹਨਾਂ ਦਾ ਹੱਥ ਹੁੰਦਾ। ਠੀਕ ਹੈ ਨਾ, ਉਹ ਆਪ ਪੁਸ਼ਤਾਂ ਤੋਂ ਇਕੱਠੇ ਰਹਿੰਦੇ ਆ ਰਹੇ ਸਨ, ਕਿਸਾਨ ਸਨ। ਠੀਕ ਹੈ, ਤੇ ਪਰਿਵਾਰਕ ਸਾਂਝ ਉਹਨਾਂ ਨੂੰ ਪਤਾ ਸੀ, ਪਿਆਰ, ਆਪਣੱਤ, ਮਿਹਨਤ। ਠੀਕ ਹੈ ਨਾ, ਇਹਨਾਂ ਗੱਲਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਹੁਤ ਬਣਾਇਆ ਹੈ। ਠੀਕ ਹੈ ਨਾ, ਵੀ ਮਤਲਬ ਉਹਨਾਂ ਦੇ ਲਿਖਣ ਦਾ ਢੰਗ ਵੀ ਪਿੱਛੋਂ ਬਹੁਤ ਵਧੀਆ ਸੀ। ਠੀਕ ਹੈ ਨਾ, ਇੱਥੋਂ ਪਤਾ ਲੱਗਦਾ ਵੀ ਉਹਨਾਂ ਨੇ ਆਪਾਂ ਨੂੰ ਮਿਹਨਤ ਦੀ ਕਦਰ ਦੱਸੀ ਆ। ਅਤੇ ਹੁਣ ਆਪਾਂ ਉਹਨਾਂ ਦੇ ਦੱਸੇ ਜਿਹੜੇ ਛੋਟੇ ਪ੍ਰਸ਼ਨ ਉੱਤਰ ਨੇ ਬੱਚੇ, ਉਹ ਕਰਦੇ ਹਾਂ। ਇਹਨਾਂ ਤੋਂ ਇਲਾਵਾ ਆਪਾਂ ਹੋਰ ਵੀ ਪ੍ਰਸ਼ਨ ਉੱਤਰ ਤੁਹਾਨੂੰ ਦੱਸਾਂਗੇ ਤਾਂ ਜੋ ਤੁਹਾਨੂੰ ਪੇਪਰਾਂ ਦੇ ਵਿੱਚ ਕੋਈ ਔਖ ਨਾ ਆਵੇ। ਮੁੜਕੇ ਦੀ ਖੁਸ਼ਬੂ ਸਵੈ ਜੀਵਨੀ ਅੰਸ਼ ਕਿਹਨਾਂ ਦੀ ਰਚਨਾ ਹੈ? ਡਾਕਟਰ ਸਰਦਾਰਾ ਸਿੰਘ ਜੌਲ, ਸੱਸਾ ਜੌਲ ਵੀ ਕਹਿ ਦਿੱਤਾ ਜਾਂਦਾ। ਠੀਕ ਹੈ ਨਾ, ਆਪ ਬੀਤੀਆਂ ਪੁਸਤਕ ਵਿੱਚ ਲੇਖਕ ਦਾ ਲਿਖਿਆ ਹੋਇਆ ਕਿਹੜਾ ਸਵੈ ਜੀਵਨੀ ਅੰਸ਼ ਮਿਲਦਾ ਹੈ? ਮੁੜਕੇ ਦੀ ਖੁਸ਼ਬੂ। ਠੀਕ ਹੈ, ਮੁੜਕੇ ਦੀ ਖੁਸ਼ਬੂ ਸਵੈ ਜੀਵਨੀ ਅੰਸ਼ ਸੱਸਾ ਜੌਲ ਜੀ ਦੀ ਕਿਹੜੀ ਪੁਸਤਕ ਦੇ ਵਿੱਚ ਮਿਲਦਾ ਆਪਾਂ ਨੂੰ? ਉਹ ਮਿਲਦਾ ਆਪਾਂ ਨੂੰ ਰੰਗਾਂ ਦੀ ਗਾਗਰ 'ਚੋਂ। ਠੀਕ ਹੈ, ਫਿਰ ਅੱਗੇ ਲੇਖਕ ਅਨੁਸਾਰ ਮਨੁੱਖੀ ਸ਼ਖਸੀਅਤ ਨੂੰ ਘੜਨ ਵਿੱਚ ਕਿੰਨੀਆਂ ਇਕਾਈਆਂ ਬਹੁਤ ਅੱਗੇ ਹੁੰਦੀਆਂ ਹਨ? 3। ਲੇਖਕ ਦੇ ਮਾਤਾ ਪਿਤਾ ਜੀ ਕਿੰਨੇ ਭਰਾ ਸਨ? 3। ਲੇਖਕ ਦੇ ਪਿਤਾ ਜੀ ਦੀ ਉਮਰ ਕਿੰਨੀ ਹੋ ਗਈ ਸੀ? 99 ਸਾਲ। ਲੇਖਕ ਦੇ ਬਾਬੇ ਨੂੰ ਕਿੱਥੇ 2 ਮੁਰੱਬੇ ਲਾਟ ਹੋਏ ਸਨ? ਨੀਲੀ ਬਾਰ ਵਿੱਚ। ਲੇਖਕ ਦਾ ਪਿਤਾ ਤੇ ਤਾਇਆ ਦੁਪਹਿਰ ਤੱਕ ਕਿੰਨੀ ਜ਼ਮੀਨ ਵਾਹ ਲੈਂਦੇ ਸਨ? 2 ਏਕੜ। ਅੱਜ ਕੱਲ੍ਹ ਲੇਖਕ ਦੇ ਚਾਚੇ ਤੇ ਲੜਕੇ ਕਿੱਥੇ ਰਹਿੰਦੇ ਸਨ? ਇੰਗਲੈਂਡ ਵਿੱਚ। ਲੇਖਕ ਦਾ ਪਿੰਡ ਵਾਲਾ ਘਰ-ਬਾਰ ਕਿਸ ਦੇ ਹਵਾਲੇ ਹੈ? ਉਸਦੇ ਤਾਏ ਦੇ ਪੁੱਤਰ ਦੇ। ਲੇਖਕ ਦਾ ਪਿਤਾ ਪਿੰਡ ਵਿੱਚ ਕਿਸ ਕੋਲ ਰਹਿੰਦਾ ਹੈ? ਲੇਖਕ ਦੇ ਤਾਏ ਦੇ ਪੁੱਤਰ ਕੋਲ। ਲੇਖਕ ਦਾ ਪਰਿਵਾਰ ਕਿੰਨੀਆਂ ਪੁਸ਼ਤਾਂ ਤੋਂ ਇਕੱਠਾ ਹੈ? 3 ਪੁਸ਼ਤਾਂ ਤੋਂ। ਕਿਸ ਦੀ ਕਣਕ ਦੀ ਵਾਢੀ ਬਹੁਤ ਸੁਥਰੀ ਹੁੰਦੀ ਸੀ? ਲੇਖਕ ਦੇ ਪਿਤਾ ਦੀ। ਲੇਖਕ ਬਚਪਨ ਵਿੱਚ ਸਭ ਤੋਂ ਵੱਡੀ ਦੇਣ ਕਿਸ ਨੂੰ ਕਹਿੰਦੇ ਹਨ? ਅਣਥੱਕ ਮਿਹਨਤ ਨੂੰ। ਠੀਕ ਹੈ ਨਾ, ਲੇਖਕ ਨੂੰ ਕਿਸ ਜਮਾਤ ਤੋਂ ਬਾਅਦ ਸਕੂਲੋਂ ਹਟਾ ਲਿਆ ਗਿਆ ਸੀ? 8ਵੀਂ ਜਮਾਤ ਤੋਂ ਬਾਅਦ। ਲੇਖਕ ਨੂੰ ਕਿੰਨੇ ਰੁਪਏ ਵਜ਼ੀਫਾ ਮਿਲਿਆ ਸੀ? 10 ਰੁਪਏ। ਲੇਖਕ ਨੂੰ ਪੜ੍ਹਨੋਂ ਹਟਾ ਕੇ ਕਿਸ ਕੰਮ ਦੇ ਵਿੱਚ ਲਗਾਇਆ ਸੀ? ਖੇਤੀ ਦੇ ਕੰਮ ਦੇ ਵਿੱਚ। ਠੀਕ ਹੈ ਨਾ, ਫਿਰ ਉਸ ਤੋਂ ਬਾਅਦ ਤਾਇਆ ਜੀ ਦਾ ਲੇਖਕ ਨੂੰ ਚਰੀ ਦੀਆਂ ਕਿੰਨੀਆਂ ਭਰੀਆਂ ਕੁਤਰਨ ਤੋਂ ਪਹਿਲਾਂ ਮਸ਼ੀਨ ਨੂੰ ਖੜਾ ਨਾ ਕਰਨ ਦਾ ਹੁਕਮ ਸੀ? 3 ਦਾ। ਠੀਕ ਹੈ, ਲੇਖਕ ਨੂੰ ਕਦੋਂ ਤ੍ਰਿਲੋਕੀ ਉੱਤੇ ਫਤਿਹ ਹਾਸਲ ਕਰਨ ਦਾ ਅਨੁਭਵ ਹੁੰਦਾ? ਤਾਇਆ ਜੀ ਦੀ ਥਾਪੀ ਮਿਲਣ 'ਤੇ। ਲੇਖਕ ਲੰਮਾ ਪੈਂਦਿਆਂ ਕਿੰਨਾ ਚਿਰ ਵਿੱਚ ਸੌਂ ਜਾਂਦਾ ਸੀ? 5 ਮਿੰਟਾਂ ਦੇ ਵਿੱਚ। ਖੁੱਲ੍ਹਾ ਖਾਣ ਪੀਣ ਅਤੇ ਸਖਤ ਮਿਹਨਤ ਦਾ ਲੇਖਕ ਦੇ ਸਰੀਰ ਦੇ ਉੱਪਰ ਕੀ ਅਸਰ ਪਿਆ ਸੀ? ਉਹ ਕਰੜਾ ਅਤੇ ਅਣਥੱਕ ਬਣ ਗਿਆ ਸੀ। ਲੇਖਕ ਨੇ ਨਨਕਾਣਾ ਸਾਹਿਬ ਦੇ ਬਜ਼ੁਰਗ ਮਾਸਟਰ ਤੋਂ ਪ੍ਰਾਈਵੇਟ ਤੌਰ 'ਤੇ ਕੀ ਪੜ੍ਹਿਆ ਸੀ? ਅੰਗਰੇਜ਼ੀ ਦੀ ਜੂਨੀਅਰ ਅਤੇ ਸੀਨੀਅਰ।
ਲੇਖਕ ਨੇ ਜੂਨੀਅਰ ਤੇ ਸੀਨੀਅਰ ਦੀਆਂ ਜਮਾਤਾਂ ਕਿੰਨੇ ਚਿਰ ਵਿੱਚ ਕੀਤੀਆਂ? 1 ਸਾਲ ਵਿੱਚ। ਲੇਖਕ ਪੜ੍ਹਾਈ ਵਿੱਚ ਆਪਣੇ ਹਮ ਉਮਰਾਂ ਨਾਲੋਂ ਕਿੰਨੇ ਵਰੇ ਪਛੜ ਗਿਆ ਸੀ? 4। ਲੇਖਕ ਨੇ ਨਨਕਾਣਾ ਸਾਹਿਬ ਦੇ ਕਿਹੜੇ ਪ੍ਰਾਈਵੇਟ ਸਕੂਲ ਵਿੱਚ ਕਲਾਸ ਲਾਈ ਸੀ? ਖਾਲਸਾ ਸਕੂਲ ਦੇ ਵਿੱਚ। ਠੀਕ ਹੈ। ਪ੍ਰਾਈਵੇਟ ਸਕੂਲ ਵਿੱਚ ਲੇਖਕ ਨੂੰ ਕਿਹੜੀ ਚੀਜ਼ ਵਿੱਚ ਮੁਹਾਰਤ ਪ੍ਰਾਪਤ ਹੋ ਗਈ? ਅੰਗਰੇਜ਼ੀ ਗ੍ਰਾਮਰ ਦੇ ਵਿੱਚ। ਸਕੂਲ ਦੀ ਜੋ ਪ੍ਰੇਅਰ ਹੁੰਦੀ ਸੀ ਉਸ ਵਿੱਚ ਕਿਹੜਾ ਸ਼ਬਦ ਗਾਇਆ ਜਾਂਦਾ ਸੀ? ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਫਿਰ ਉਸ ਤੋਂ ਬਾਅਦ ਲੇਖਕ 9ਵੀਂ ਜਮਾਤ ਲਈ ਕਿਹੜੇ ਸਕੂਲ ਵਿੱਚ ਦਾਖਲ ਹੋਇਆ? ਜੜ੍ਹਾਂ ਵਾਲੇ ਗੌਰਮੈਂਟ ਸਕੂਲ ਦੇ ਵਿੱਚ। ਠੀਕ ਹੈ। ਅਤੇ ਉਸ ਸਕੂਲ ਦੀ ਕੰਧ ਦੇ ਨਾਲ ਕਾਹਦਾ ਬਾਗ ਸੀ? ਸੰਤਰਿਆਂ ਤੇ ਮਾਲਟਿਆਂ ਦਾ। ਅਤੇ ਹੁਣ ਆਪਾਂ ਖਾਲੀ ਥਾਵਾਂ ਦੇਖਦੇ ਹਾਂ। ਲੇਖਕ ਨੂੰ ਪੜ੍ਹਨੋਂ ਇਸ ਕਰਕੇ ਹਟਾ ਲਿਆ ਕਿਉਂਕਿ ਲੇਖਕ ਦੇ ਘਰ ਦੇ ਸਮਝਦੇ ਸਨ ਕਿ ਪੜ੍ਹ ਕੇ ਉਸਨੇ ਕਿਹੜਾ ਡੈਸ਼ ਬਣ ਜਾਣਾ ਹੈ, ਅਤੇ ਕੀ ਬਣ ਜਾਣਾ? ਪਟਵਾਰੀ। ਠੀਕ ਹੈ। ਫਿਰ ਉਸ ਤੋਂ ਬਾਅਦ ਰੱਬਾ ਰੱਬਾ ਰਿਜ਼ਕ ਨਾ ਦੇਵੀ ਮਾਂ ਡੈਸ਼ ਲਿਆਉਣ ਲਈ ਆਖੇਗੀ? ਲੱਕੜੀਆਂ। ਲੇਖਕ ਦੇ ਪਰਿਵਾਰ ਦੇ ਜੋ ਆਪਾਂ ਕਹਿੰਦੇ ਨੇ ਲੇਖਕ ਦੇ ਪਰਿਵਾਰ ਦੇ 2 ਮੈਂਬਰ ਫੌਜ ਵਿੱਚ ਭਰਤੀ ਹੋਏ ਸਨ। ਉਹ ਸਨ ਲੇਖਕ ਦਾ ਇੱਕ ਤਾਇਆ ਅਤੇ ਇੱਕ ਚਾਚਾ। ਬਟਵਾਰੇ ਤੋਂ ਬਾਅਦ ਲੇਖਕ ਦੇ ਪਰਿਵਾਰ ਨੇ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਵਸੇਬਾ ਕੀਤਾ ਸੀ? ਜਲੰਧਰ ਜ਼ਿਲ੍ਹੇ ਦੇ ਵਿੱਚ। ਲੇਖਕ ਨੇ ਨਨਕਾਣਾ ਸਾਹਿਬ ਦੇ ਖਾਲਸਾ ਸਕੂਲ ਵਿੱਚ ਡੈਸ਼ ਸਾਲ ਲਾਇਆ? 1। ਠੀਕ ਹੈ ਨਾ। ਅਤੇ ਉਸ ਤੋਂ ਬਾਅਦ ਆਪਾਂ ਸਹੀ ਗਲਤ ਦੇਖਦੇ ਹਾਂ ਬੱਚੋ। ਅੱਗੇ ਆ ਗਿਆ ਸੱਸਾ ਸੱਸਾ ਜੌਲ ਨੇ ਬਚਪਨ ਸਾਂਝੇ ਪਰਿਵਾਰ ਵਿੱਚ ਰਹਿੰਦਿਆਂ ਗੁਜ਼ਾਰਿਆ? ਸਹੀ। ਲੇਖਕ ਦੇ ਤਾਇਆ ਜੀ ਸਖਤ ਤਬੀਅਤ ਦੇ ਸਨ? ਸਹੀ। ਸੱਸਾ ਸੱਸਾ ਜੌਲ ਨੂੰ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਸੀ ਕਰਨਾ ਪੈਂਦਾ? ਗਲਤ। ਲੇਖਕ ਅਤੇ ਉਸਦੇ ਪਿਤਾ ਜੀ ਸਾਰੇ ਵਾਢਿਆਂ ਤੋਂ ਸੁਥਰੀ ਵਾਢੀ ਕਰਦੇ ਸਨ? ਸਹੀ। ਰੱਬਾ ਰੱਬਾ ਰਿਜ਼ਕ ਨਾ ਦੇਵੀ ਮਾਂ ਲੱਕੜੀਆਂ ਲਿਆਉਣ ਲਈ ਆਖੇਗੀ? ਸਹੀ। ਅਤੇ ਉਸ ਤੋਂ ਬਾਅਦ ਕੱਚੀ ਮਿੱਟੀ ਦੀਆਂ ਕੰਧਾਂ ਅਫਗਾਨੀ ਰਾਜੇ ਬਣਾਇਆ ਕਰਦੇ ਸਨ? ਠੀਕ ਹੈ ਨਾ। ਰਾਜੇ ਨਹੀਂ ਸਨ ਬੱਚੋ, ਰਾਸ਼ੀ ਹੁੰਦੇ ਸਨ। ਇਸ ਕਰਕੇ ਗਲਤ ਹੈ ਇਹ। ਠੀਕ ਹੈ। ਔਰ ਜੇ ਹੁੰਦਾ ਕੱਚੀ ਮਿੱਟੀ ਦੀਆਂ ਕੰਧਾਂ ਅਫਗਾਨੀ ਰਾਸ਼ੇ ਬਣਾਉਂਦੇ ਸਨ ਫਿਰ ਠੀਕ ਸੀ। ਠੀਕ ਹੈ। ਅਤੇ ਇਸ ਤਰ੍ਹਾਂ ਇਹ ਸਨ ਸਾਰੇ ਪ੍ਰਸ਼ਨ ਉੱਤਰ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।